ਹੈਡਿੰਗ ਲਿਖ ਲਓ ਸਾਰੇ ਜਾਣੇ। ਗੁੱਡ ਆਫਟਰਨੂਨ। ਹੈਡਿੰਗ ਲਿਖ ਲਓ ਸਾਰੇ ਜਾਣੇ। ਲਾਸਟ ਆਪਾਂ ਟੌਪਿਕ ਸਟਾਰਟ ਕਰ ਰਹੇ ਸੀਗੇ ਜਿਹੜਾ ਉਹ ਸੀਗਾ ਥਿਊਰੀਜ਼ ਇਨ ਕੋਆਰਡੀਨੇਸ਼ਨ ਕੰਪਾਊਂਡ, ਹੈ ਨਾ, ਵੀ ਕਿਸ ਤਰ੍ਹਾਂ ਦੀ ਇਹਦੇ ਅੰਦਰ ਬੌਂਡਿੰਗ ਹੁੰਦੀ ਹੈ, ਕਿਵੇਂ ਸਾਰਾ ਕੁਝ ਚੱਲਦਾ। ਉਹਦੇ ਅੰਦਰ ਅਸੀਂ ਇੱਕ ਥਿਊਰੀ ਡਿਸਕਸ ਕਰ ਚੁੱਕੇ ਹਾਂ, ਵਰਨਰਸ ਥਿਊਰੀ। ਹੁਣ ਆਪਾਂ ਉਹਦੀ ਸੈਕਿੰਡ ਥਿਊਰੀ ਪੜ੍ਹਾਂਗੇ। ਠੀਕ ਹੈ, ਟੋਟਲ 3 ਹੀ ਥਿਊਰੀਜ਼ ਹੈ ਆਪਾਂ ਨੂੰ। ਇੱਕ ਥਿਊਰੀ ਖਤਮ ਹੋ ਚੁੱਕੀ ਹੈ ਸਾਡੀ, ਸੈਕਿੰਡ ਥਿਊਰੀ ਪੜ੍ਹਾਂਗੇ। ਸੈਕਿੰਡ ਲਿਖੋ, ਵੇਲੈਂਸ ਬੌਂਡ ਥਿਊਰੀ, ਜਿਹਨੂੰ ਕਿ ਸ਼ਾਰਟ ਫਾਰਮ 'ਚ ਆਪਾਂ VBT ਬੋਲਾਂਗੇ, ਵੇਲੈਂਸ ਬੌਂਡ ਥਿਊਰੀ ਜਾਂ ਫਿਰ VBT। ਠੀਕ ਹੈ, ਵੇਲੈਂਸ ਬੌਂਡ ਥਿਊਰੀ। ਹੁਣ ਇਹ VBT ਬਿਲਕੁਲ ਉਹੀ VBT ਹੈ ਜਿਹੜੀ ਆਪਾਂ ਨੇ +1 'ਚ ਕੈਮੀਕਲ ਬੌਂਡਿੰਗ 'ਚ ਪੜ੍ਹੀ ਹੈ। ਕਹਿਣ ਦਾ ਮਤਲਬ ਕਿ ਬੌਂਡਿੰਗ ਦੇ ਵਿੱਚ ਵੇਲੈਂਸ ਸ਼ੈਲ ਪਾਰਟੀਸਿਪੇਟ ਕਰਦੇ ਨੇ। ਹੁਣ ਇਹਦੇ ਅੰਦਰ ਕੋਵਲੈਂਟ ਬੌਂਡ ਨਹੀਂ ਹੈ, ਕੋਆਰਡੀਨੇਟ ਬੌਂਡ ਹੈ। ਤਾਂ ਇੱਕ ਦੇ ਕੋਲ ਲੋਨ ਪੇਅਰ ਚਾਹੀਦਾ, ਦੂਜੇ ਦੇ ਕੋਲ ਵੇਲੈਂਸ ਦੇ ਅੰਦਰ ਖਾਲੀ ਔਰਬਿਟਲਸ ਚਾਹੀਦੇ ਨੇ। ਲੋਨ ਪੇਅਰ ਵਾਲਾ ਲੋਨ ਪੇਅਰ ਡੋਨੇਟ ਕਰੇਗਾ, ਖਾਲੀ ਔਰਬਿਟਲ ਵਾਲਾ ਲੋਨ ਪੇਅਰ ਅਸੈਪਟ ਕਰੇਗਾ ਔਰ ਬੌਂਡ ਬਣ ਜਾਏਗੀ, ਹੈ ਨਾ। ਤਾਂ ਜਿਵੇਂ ਇਹਦੇ ਕੋਲ ਕਿਸੇ ਕੋਲ 5 ਖਾਲੀ ਔਰਬਿਟਲ ਨੇ ਤਾਂ ਉਹ 5 ਲਿਗੈਂਡਸ ਤੋਂ ਲੋਨ ਪੇਅਰ ਅਸੈਪਟ ਕਰ ਲਏਗਾ ਤੇ 5 ਬੌਂਡਸ ਬਣਾ ਲਏਗਾ। ਕਿਸੇ ਕੋਲ 6 ਖਾਲੀ ਔਰਬਿਟਲ ਨੇ ਤਾਂ ਉਹ 6 ਤੋਂ ਲੋਨ ਪੇਅਰ ਅਸੈਪਟ ਕਰ ਲਏਗਾ ਔਰ 6 ਬੌਂਡ ਬਣਾ ਲਏਗਾ। ਫਿਰ ਉਹ ਜਿਹੜੀ 6 ਬੌਂਡਸ ਨੇ ਉਹਦੇ ਅਕੋਰਡਿੰਗਲੀ ਉਹਦੀ ਹਾਈਬ੍ਰਿਡਾਈਜੇਸ਼ਨ ਡਿਸਾਈਡ ਹੋ ਜਾਏਗੀ, ਹੈ ਨਾ। ਸਾਰਾ ਕੁਝ ਬਿਲਕੁਲ +1 ਵਾਂਗੂ ਹੀ ਹੈ। ਆਪਾਂ ਇੱਕ ਵਾਰੀ ਇਹਦੇ ਮੇਨ ਪੋਸਟੂਲੇਟਸ ਲਿਖਦੇ ਹਾਂ। ਐਕਚੁਅਲ 'ਚ ਸਮਝ ਦੀਆਂ ਐਗਜ਼ਾਮਪਲਸ ਤੋਂ ਬੈਟਰ ਆਏਗਾ, ਪਰ ਸਕੂਲ ਪਰਪਸ ਦੇ ਲਈ ਮਤਲਬ ਇਹਨੂੰ ਕਿਵੇਂ ਲਿਖਣਾ ਹੈ ਉਹਦੇ ਲਈ ਆਪਾਂ ਪਹਿਲਾਂ ਇਹਦੇ ਮੇਨ ਪੋਸਟੂਲੇਟਸ ਲਿਖਦੇ ਹਾਂ। ਤਾਂ VBT ਦੇ ਅੰਦਰ ਪਹਿਲਾਂ ਲਿਖੋ ਮੇਨ ਪੋਸਟੂਲੇਟਸ। ਤੁਸੀਂ ਪੋਸਟੂਲੇਟਸ ਪੜ੍ਹ ਕੇ ਕੁਐਸਚਨਸ ਨਹੀਂ ਕਰ ਸਕਦੇ, ਬਟ ਸਟਿਲ ਅਗਰ VBT ਬਾਰੇ ਕੁਝ ਆਉਂਦਾ ਤਾਂ ਆਪਾਂ ਪੁਆਇੰਟਸ ਲਿਖਣੇ ਹੀ ਪੈਣਗੇ ਆਪਾਂ ਨੂੰ। ਠੀਕ ਹੈ, 4-5 ਪੋਸਟੂਲੇਟਸ ਹੈ। ਪਹਿਲਾ ਪੋਸਟੂਲੇਟ ਲਿਖੋ ਫਟਾਫਟ। ਪਹਿਲਾ ਲਿਖੋ, ਦ ਮੈਟਲ ਲਿਗੈਂਡ ਬੌਂਡ, the metal ligand bond is formed by donation of lone pair of electron. The metal ligand bond is formed by donation of lone pair of electron by ligand to the metal atom / ion. Donation of lone pair of electron by the ligand to the metal atom / ion। ਵੀ ਜਿਹੜਾ ਲਿਗੈਂਡ ਹੈ ਉਹ ਲੋਨ ਪੇਅਰ ਡੋਨੇਟ ਕਰਦਾ ਮੈਟਲ ਐਟਮ ਨੂੰ। ਮੈਟਲ ਐਟਮ ਜੇ ਮਤਲਬ ਮੈਟਲ ਤੇ ਕੋਈ ਚਾਰਜ ਨਹੀਂ ਹੈ, ਜਾਂ ਆਇਨ ਨੂੰ ਜੇ ਮੈਟਲ ਦੀ ਪੋਜ਼ਿਟਿਵ ਆਕਸੀਡੇਸ਼ਨ ਸਟੇਟ ਹੈ। ਠੀਕ ਹੈ, ਪਹਿਲਾ ਪੁਆਇੰਟ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਰਿਹਾ। ਮੈਟਲ ਲਿਗੈਂਡ ਬੌਂਡ ਇਜ਼ ਫਾਰਮਡ ਬਾਈ ਡੋਨੇਸ਼ਨ ਆਫ ਲੋਨ ਪੇਅਰ ਆਫ ਇਲੈਕਟ੍ਰੋਨ ਬਾਈ ਲਿਗੈਂਡ ਟੂ ਦ ਮੈਟਲ ਐਟਮ / ਆਇਨ। ਠੀਕ ਹੈ, ਸੈਕਿੰਡ ਪੁਆਇੰਟ ਲਿਖੋ, to accommodate these electrons, metal must contain a required number of vacant orbitals of similar energy। ठीक है, अगले ਇਹਦੇ ਨਾਲ ਹੀ ਹੈ, these orbitals are obtained by hybridization of orbitals of the metal atom। These orbitals are obtained by hybridization of orbitals of metal atom। ठीक है, बड़े ਸਿੰਪਲੀ ਅੰਡਰਸਟੈਂਡ ਕਰ ਸਕਦੇ ਹਾਂ ਅਸੀਂ ਪੁਆਇੰਟਸ ਨੂੰ। ਪਹਿਲਾਂ ਉਹੀ ਕਹਿ ਰਿਹਾ ਕਿ ਲਿਗੈਂਡ ਕੋਲ ਲੋਨ ਪੇਅਰ ਹੋਣੀ ਚਾਹੀਦੀ ਹੈ, ਲੋਨ ਪੇਅਰ ਲਿਗੈਂਡ ਡੋਨੇਟ ਕਰਦਾ ਤੇ ਮੈਟਲ ਦੇ ਕੋਲ ਖਾਲੀ ਔਰਬਿਟਲ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਮੈਟਲ ਉਹ ਖਾਲੀ ਔਰਬਿਟਲ ਦੇ ਅੰਦਰ ਲੋਨ ਪੇਅਰ ਅਸੈਪਟ ਕਰਦਾ ਹੈ। ਠੀਕ ਹੈ, ਤੀਸਰਾ ਪੁਆਇੰਟ ਲਿਖੋ,
in some cases in some cases ਹੁਣ ਜਿਹੜਾ ਤੀਸਰਾ ਪੁਆਇੰਟ ਹੈ ਨਾ ਇਹ ਕੁਝ ਕੇਸਿਸ ਦੇ ਅੰਦਰ ਹੀ ਹੈ ਹਰ ਕੇਸਿਸ 'ਚ ਨਹੀਂ ਹੈ ਠੀਕ ਹੈ in some cases the unpaired in some cases the unpaired n-1 d electrons इकली चीज़ मैं मतलब समझाऊंगा n-1d क्या चीज़ है ठीक है पहले एक बार पॉइंट्स लिख लो in some cases the unpaired n-1d electrons pair up before hybridization to form vacant n-1d orbitals. In some cases, the unpaired n-1d electrons pair up before the hybridization to form vacant n-1d orbitals. ठीक है आगे लिखो फोर्थ पॉइंट the metal ligand bond is formed by overlap of these orbitals the metal ligand bond is formed by overlap of these orbitals ब्रैकेट से लिख लियो हाइब्रिड ऑर्बिटल्स दीज मतलब केड़े ऑर्बिटल की गल कर रहे हाइब्रिड ऑर्बिटल्स द मेटल लिगेंड बॉन्ड इज फॉर्म्ड बाय ओवरलैप ऑफ these orbitals brackets hybrid orbitals with orbitals of ligands ठीक है हुण कुछ मैं इत्थे हाइब्रिडाइजेशन ये थ्योरी का ही पार्ट है ठीक है कुछ हाइब्रिडाइजेशन लिखना है तो मैं नाल लिखूंगा भी उस हाइब्रिडाइजेशन के हिसाब नाल केड़ी केड़ी शेप्स पॉसिबल है तो इधर आप लिख लेने हाइब्रिडाइजेशन छोटा जिहा एक टेबल भी नहीं कह सकते बस दो लाइना ही है ठीक है एक हाइब्रिडाइजेशन एक इधर शेप वो हाइब्रिडाइजेशन च किवें दी शेप होएगी ठीक है ਇਹਦੇ ਅੰਦਰ ਆ ਗਿਆ ਮੇਰੇ ਕੋਲ sp3d2 वैसे तो पता लग रहा है देखो एक s है 3 p है 2 d है टोटल कितने ऑर्बिटल हो गए कितनी बॉन्ड्स हो गई है 1 और 3 4 ते 2 6 जब जे 6 बॉन्ड्स बनाए कोई तो किवें दी शेप हुंदी है पता ना ऑक्टाहेड्रल sp3d2 ठीक है sp3d2 वर्गी एक होर होंदी है d2sp3 सर ये तो सेम ही चीज़ है जी बहुत फर्क है ये डी बाद च आया मतलब ये हुणी मैं एग्जाम्पल कराऊंगा उस थोड़ा बैटर समझ आ जाएगा ठीक है पर sp3d2 एंड d2sp3 अलग अलग चीज़ा ने अगर पहला d ऑर्बिटल की हाइब्रिडाइजेशन हो रही है फिर sp3 है तो d2sp3 बन गया अगर बाद वाला d ऑर्बिटल यूज हो रहा है तो sp3d2 बन गया फर्क है शेप सेम है ये भी ऑक्टाहेड्रल च कंसीडर होएगा ठीक है अगर हाइब्रिडाइजेशन हैगी है dsp2 देखो कितनी बॉन्ड्स है 1 2 ते 2 4 बॉन्ड्स हैं तो 4 बॉन्ड्स वाला टेट्राहेड्रल भी हो सकता है स्क्वायर प्लेनर भी हो सकता है वो हाइब्रिडाइजेशन तो पता लगता है dsp2 वाला होंदा है स्क्वायर प्लेनर ठीक है स्क्वायर प्लेनर जिन्होंने नहीं पता स्क्वायर प्लेनर कह जा होंदा है एक मेटल आ गया जी 4 लिगेंड आ गए बना भी लियो नाल बेटर है पता ही लग जाएगा 4 लिगेंड आ गए चारों लिगेंड आपस एंगल 90 मतलब आ सारा 90 होंदा सब कुछ एक प्लेन च होंदा है ऑक्टाहेड्रल च बिल्कुल यह होंदा बस एक प्लेन के उपर भी एक्सट्रा बॉन्ड होंदी है एक प्लेन के नीचे एक्सट्रा बॉन्ड होंदी है पता ही है सारे नूं यह ठीक है और अगर मेरी हाइब्रिडाइजेशन आ जाती है sp3
4 बॉन्ड्स है हले भी, 1 और 3 4। देखो इको ऑप्शन रहेगी स्क्वायर प्लेनर तो बिना केड़ी, टैट्राहेड्रल। फिर बन जाता जी टैट्राहेड्रल। कह जी टैट्राहेड्रल शेप कह जी होंगी है, 2 लिगेंड एक प्लेन, एक लिगेंड प्लेन तो बाहर डार्क लाइन के अंदर लिगेंड, और एक लिगेंड प्लेन की बैक साइड ते इस तरह, और जी इन्हां च एंगल होंदा 109.5 डिग्री। ठीक है, ऑक्टाहेड्रल का सब तो कॉमन है, मैं तो बना नहीं रहा, बना सकते तुसीं अपनी नोटबुक ते। ठीक है, आपां नूं ये 4 हाइब्रिडाइजेशन नाल काम है, होर भी बहुत कुछ हुंदा है बट आपां नूं होर किसी नाल कोई खास लेना देना नहीं हैगा। आपां नूं ये 4 हाइब्रिडाइजेशन दिमाग च रखणियां ने भी, अगर sp3d2 या d2sp3 होएगी तो ऑक्टाहेड्रल शेप होएगी, अगर dsp2 हाइब्रिडाइजेशन होएगी तो स्क्वायर प्लेनर होएगी, अगर sp3 हाइब्रिडाइजेशन होएगी शेप तो टैट्राहेड्रल होएगी। ठीक है, तो ये अंदर हुण आपां एक एक करके सारिया शेप्स नूं डिस्कस करांगे। इन्ना पार्ट सारे ने नोट कर लिया जी, फिर आपां नैक्सट मूव ऑन करते हैं। मैं एक दो एवें करांगे, आपां एक एक एग्जाम्पल, एक दो एग्जाम्पल्स मैं करवाऊंगा, फिर वही उन्हें दे विचों एक दो एग्जाम्पल्स तुसीं ट्राई करोगे, फिर मतलब बैटर हथ जा बैठ जाएगा। ठीक है, चलो असीं पहली एग्जाम्पल करते हैं। देखो पहली एग्जाम्पल हुण पहला शेप वाइज ही चक लैने, पहला हैडिंग लिख लो ऑक्टाहेड्रल कॉम्पलैक्स। ऑक्टाहेड्रल, ऑक्टाहेड्रल च केड़ी केड़ी देखण नूं मिल सकदी है हाइब्रिडाइजेशन, sp3d2 या फिर d2sp3, दो तरह की हाइब्रिडाइजेशन देखण नूं मिल सकदी है। सीधे सीधे एग्जाम्पल चक रहा मैं। पहली एग्जाम्पल CrNH3 पॉजिटिव। ठीक है जी, पहले एक बारी समझ लो तो बेटर है, फिर अगली एग्जाम्पल्स तुसीं खुद ट्राई कर सकते हो। देखो मेरे को ना आ सेंट्रल मैटल आ गया, आ लिगेंड आ गया, मैनू इन्हां दोनों नाल ही मतलब है, काउंटर आयन वगैरह का कोई लेना देना नहीं होंदा विच। ठीक है, मैंने सेंट्रल एटम वाल ध्यान देना है, मैंने सेंट्रल एटम की कॉन्फिगरेशन लिखनी है ना, तो इत्थे मैं लिखूंगा कॉन्फिगरेशन ऑफ क्रोमियम इन ग्राउंड स्टेट, Cr इन ग्राउंड स्टेट। हुण यार देखो इन्हां दा ना अटोमिक नंबर तुहानूं याद होना चाहिए, बहुत बारी मैं कह चुकिया भी डी ब्लॉक के भी एलीमेंट्स याद कर लो 21 to 30, तब मतलब ये तो रटे होने चाहिए ने, जो नहीं याद क्रोमियम 24th नंबर पर होंगे है ना। तारी कॉन्फिगरेशन की बनेगी, ठीक है याद करो, ये तो पहला 20 यानी कि इतने 18 ते तो आर्गन आ जाएगी, आर्गन 18। इस तो बाद की बनेगी कॉन्फिगरेशन, इस तो बाद बनेगी 4s, यदि एक्सैप्शनल होंगी है 4s1 3d5 है ना, 18 ते 19 ते 5 24, यदि एक्सैप्शनल कॉन्फिगरेशन होंगी है। वैसे पहला 4s भरदा होंदा, फिर डी च इलैक्ट्रॉन जाते हैं, तुहानूं याद होगा यदि एक्सैप्शनल कॉन्फिगरेशन है। ठीक है, यदि कॉन्फिगरेशन लिखती, आपां नूं आ जिहड़ा बाकी चीज़ां ने ना इन्हां नाल कोई लेना देना नहीं है, सानूं लेना देना है फोर्थ शैल दे नाल और आ 3D दे नाल, सानूं आ दो नाल मतलब है। ठीक है, और कोशिश करनी होंदी है भी 3D नूं लिखण च पहलां लिखो, क्योंकि शैल हालांकि 3D बाद च भरदा है, पर लिखण च पहलां लिखोगे तो थोड़ा ही फायदा होएगा। 3D नूं पहलां लिखो, ठीक है, भरो पहलां 4s नूं। मैं कॉन्फिगरेशन थोनूं कॉन्फिगरेशन यार रटी होनी चाहिए, देखो ठीक है, ये कोई वो नहीं है। हुण मैं इहनूं ना सही तरह नाल लिखदा, जे मैं तुहानूं कह रहा ना भी पहलां लिखो, तो मैं इहनूं एक्चुअल च इहनूं एवें लिखना चाहिए। देखो आर्गन 18 कॉमा 3d5 कॉमा 4s1 है ना। हुण चौथे शैल च s1 है, पर चौथे शैल च p भी हुंदा है, 4p अपने वालों लिख लो, भावें खाली है 4p 0 बना लो, डी भी हुंदा है पर मैनूं लगदा डी तक जाएगा नहीं। ठीक है, हुण आपां ने इन्हां नूं ऑर्बिटल की फॉर्म च बनाना है। हुण 3d5 डी च किन्ने ऑर्बिटल हुंदे ने, 5 ऑर्बिटल, 5 दे अंदर 5 इलैक्ट्रॉन ने, लो जी 1 2 3 4 5, एस च इको ऑर्बिटल हुंदा है 1 इलैक्ट्रॉन, पी च 3 ऑर्बिटल हुंदे ने, तीनों खाली पए ने। आपां नूं आ चीज़ चाहिदी है। ठीक है, 4s चाहे पहला भरदा है, बाद च लिखोगे तो मैं देखो पहले दस रहा, थोड़ा ही फायदा होएगा। तो हमेशा पहला ना सेंट्रल एटम की इस तरह ना लिखो भी कॉन्फिगरेशन ग्राउंड स्टेट, ए लिखण की जरूरत नहीं सी, मैं वैसे ही लिखता, इदा लिखना है एक्चुअली 3D पहला पर लिखना है, 4s बाद च लिखना है, भरना पहला 4s नूं ही है। ठीक है, अगला काम हुण इहदी ग्राउंड स्टेट है, मतलब अगर क्रोमियम के उत्ते कोई चार्ज नहीं हुंदा तां इवें आंदी,
पर इत्थे ਤਾਂ क्रोमीਅम ਦੀ कुछ ना कुछ ऑक्सीडेशन स्टेट है, ਇਹਨੂੰ ਸਾਈਡ ਤੇ ਸੋਲਵ ਕਰਦੇ ਆ। ਮੰਨ ਲਓ क्रोमीਅਮ ਦੀ x ਹੈ, x ਆ ਗਿਆ, ਅਮੋਨੀਆ ਦੀ 0 ਹੁੰਦੀ ਹੈ, 0 ਆ ਗਿਆ, ਹੋਰ ਕੁਝ ਹੈ ਨਹੀਂ। ਸਾਰਾ ਮਿਲਾ ਕੇ ਕਿੰਨਾ ਚਾਰਜ ਬਣ ਰਿਹਾ +3, ਤਾਂ ਸਿੰਪਲੀ x ਕਿੰਨਾ ਆ ਗਿਆ +3, ਯਾਨੀ ਕਿ ਇੱਥੇ क्रोमीਅਮ ਦੇ ਉੱਤੇ +3 ਚਾਰਜ ਹੈ ਨਾ। ਤਾਂ ਗਰਾਊਂਡ ਸਟੇਟ 'ਚ ਆ ਸੀਗਾ। ਹੁਣ ਮੈਂ ਲਿਖੂੰਗਾ Cr+3 ਦੀ ਕੌਨਫੀਗਰੇਸ਼ਨ ਕਿਹੋ ਜਿਹੀ ਬਣੇਗੀ। ਆਰਗਨ 18 ਫਰਕ ਨਹੀਂ ਪਏਗਾ, ਆਪਾਂ ਨੇ ਲਾਸਟ ਚੋਂ 3 ਇਲੈਕਟ੍ਰੋਨ ਉਡਾ ਦੇਣੇ ਨੇ। ਹੁਣ ਦੇਖੋ ਜੇ ਅਸੀਂ 3D ਬਾਅਦ 'ਚ ਲਿਖਦੇ ਤਾਂ ਕਈ ਬੱਚੇ ਨਾ ਪਹਿਲਾਂ D ਚੋਂ ਇਲੈਕਟ੍ਰੋਨ ਹਟਾਉਣ ਲੱਗ ਜਾਂਦੇ ਨੇ। ਇਲੈਕਟ੍ਰੋਨ ਹਮੇਸ਼ਾ ਬੜੇ ਸ਼ੈੱਲ ਚੋਂ ਪਹਿਲਾਂ ਨਿਕਲਦੇ ਨੇ। ਆ ਤੀਜਾ ਸ਼ੈੱਲ ਆ, ਚੌਥਾ ਸ਼ੈੱਲ ਆ, ਚੌਥੇ ਚੋਂ ਪਹਿਲਾਂ ਨਿਕਲਣਗੇ। ਤਾਂ ਆਪਾਂ ਐਵੇਂ ਲਿਖਣ 'ਚ ਇਹ ਫਾਇਦਾ ਹੁੰਦਾ, ਇਲੈਕਟ੍ਰੋਨ ਉਡਾਣੇ 'ਚ ਗਲਤੀ ਨਹੀਂ ਹੁੰਦੀ। 3 ਹਟਾਣੇ ਨੇ, 1 ਇਲੈਕਟ੍ਰੋਨ ਇਹਦੇ ਚੋਂ ਚਲਾ ਗਿਆ, 4s 0 ਰਹਿ ਗਿਆ, 2 ਇਲੈਕਟ੍ਰੋਨ ਇਹਦੇ ਚੋਂ ਚਲੇ ਗਏ, 3d3 ਰਹਿ ਗਿਆ। ਤਾਂ ਆਰਗਨ 18 3d3 4s 0 4p 0। ਲਿਆਓ ਜੀ, ਡੀ ਦੇ ਅੰਦਰ ਸੀਗੇ ਜੀ 5 ऑर्बिटल, 3 ਇਲੈਕਟ੍ਰੋਨ ਭਰਤੇ। ਐਸ ਦੇ ਅੰਦਰ 1 ऑर्बिटल ਕੋਈ ਇਲੈਕਟ੍ਰੋਨ ਨਹੀਂ ਹੈ, ਪੀ ਦੇ ਅੰਦਰ 3 ऑर्बिटल ਕੋਈ ਇਲੈਕਟ੍ਰੋਨ ਨਹੀਂ ਹੈ। ਇੰਨੀ ਗੱਲ ਸਮਝ ਆ ਰਹੀ ਹੈ ਸਾਰਿਆਂ ਨੂੰ। ਇੱਕ ਵਾਰੀ ਸੈਂਟਰਲ ਐਟਮ ਦੀ ਗਰਾਊਂਡ ਸਟੇਟ ਕੌਨਫੀਗਰੇਸ਼ਨ, ਇੱਕ ਵਾਰੀ ਉਹਦੀ ਜੋ ਇਹਦੇ ਅੰਦਰ ਚਾਰਜ ਚੂਰਜ ਹੈ ਉਹਦੀ ਕੌਨਫੀਗਰੇਸ਼ਨ। ਸਹੀ ਹੈ। ਅਗਲੀ ਚੀਜ਼ ਹੁਣ ਨਾ, ਇੱਥੇ ਤੱਕ ਜਦੋਂ ਤੁਸੀਂ ਲਿਖ ਲਿਆ, ਫਿਰ ਤੁਸੀਂ ਚੈੱਕ ਕਰਨਾ ਵੀ ਸੈਂਟਰਲ ਐਟਮ ਨੂੰ ਕਿੰਨੀ ਬੌਂਡਿੰਗ ਦੀ ਰਿਕੁਆਇਰਮੈਂਟ ਹੈ, ਕਿੰਨੀਆਂ ਬੌਂਡਸ ਬਣਾਉਣੀਆਂ ਨੇ ਇਹਨੇ। ਚੈੱਕ ਕਰੋ, ਇੱਥੇ क्रोमीਅਮ ਦੇ ਨਾਲ 6 ਅਮੋਨੀਆ ਜੁੜੇ ਹੋਏ ਨੇ, ਹੋਰ ਕੋਈ ਲਿਗੈਂਡ ਹੈ ਨਹੀਂ। ਤਾਂ ਇਹਨੇ ਕੁੱਲ ਮਿਲਾ ਕੇ 6 ਬੌਂਡਸ ਬਣਾਉਣੇ ਨੇ। ਠੀਕ ਹੈ। ਹੁਣ ਜਿੱਥੋਂ ਵੀ ਖਾਲੀ ਸ਼ੁਰੂ ਹੋ ਰਹੇ ਨੇ, ਤੁਸੀਂ ਉਹ ਤੋਂ 6 ਖਾਲੀ ऑर्बिटल ਕਾਊਂਟ ਕਰਨੇ ਨੇ। ਦੇਖੋ, ਇੱਕ ਖਾਲੀ ऑर्बिटल ਆ ਪਿਆ, ਇੱਕ ਆ ਪਿਆ, 2, ਤੀਜਾ, ਚੌਥਾ, ਪੰਜਵਾਂ, 6ਵਾਂ। ਆ 6 ਖਾਲੀ ऑर्बिटल ਪਏ ਨੇ, ਹਨਾ। ਆ 6 ਖਾਲੀ ऑर्बिटल ਨੂੰ ਅਲੱਗ ਤੋਂ ਇਕੱਠੇ ਕਰਕੇ ਲਿਖ ਦੇਣਾ। ਠੀਕ ਹੈ। ਤਾਂ ਮੇਰੇ ਕੋਲ ਕੌਨਫੀਗਰੇਸ਼ਨ ਕੀ ਬਣ ਜਾਏਗੀ, ਕਹਿਣ ਦਾ ਮਤਲਬ ਇਹ 6 ਖਾਲੀ ऑर्बिटल ਦੀ ਨਾ ਹਾਈਬ੍ਰਿਡਾਈਜੇਸ਼ਨ ਹੋ ਜਾਂਦੀ ਹੈ, ਇਹ ਆਪਸ 'ਚ ਮਿਕਸ ਹੋ ਜਾਂਦੇ ਨੇ। ਤਾਂ ਆਹ 3 ऑर्बिटल ਅੱਡ ਰਹਿ ਜਾਣਗੇ, ਜਿੰਨੇ ਵੀ ਇਸ ਕੇਸ 'ਚ 3 ਰਹਿ ਗਏ, ਕਈਆਂ 'ਚ 2 ਰਹਿ ਜਾਂਦੇ, ਜਿਵੇਂ ਵੀ ਹੈ। ਇਸ ਕੇਸ 'ਚ 3 ਅਲੱਗ ਰਹਿ ਗਏ। ਆਹ 2, ਇਹ 2 ਕਿਹਨੂੰ ਬਿਲੋਂਗ ਕਰਦੇ ਨੇ, ਡੀ ਨੂੰ, ਹਨਾ। ਤਾਂ ਆਹ 2 ਡੀ ਦੇ, 1 ਐਸ ਦਾ ਔਰ 3 ਪੀ ਦੇ, ਇਹਨਾਂ 'ਚ ਹੋਏਗੀ ਹਾਈਬ੍ਰਿਡਾਈਜੇਸ਼ਨ। ਹੁਣ ਜੀ ਹਾਈਬ੍ਰਿਡਾਈਜੇਸ਼ਨ ਤੋਂ ਬਾਅਦ ਕੀ ਹੋਏਗਾ, ਦੇਖੋ ਕਿਹੋ ਜਿਹੇ ऑर्बिटल ਦਿਖਣਗੇ ਇਹ ਚੈੱਕ ਕਰੋ। ਹੁਣ ਹਾਈਬ੍ਰਿਡਾਈਜੇਸ਼ਨ ਮਤਲਬ ਕਿ ਇਹ ਮਿਕਸ ਹੋ ਗਏ, ਹੁਣ ਇਹਦੇ ਤੋਂ ਅਲੱਗ ਹੋ ਗਏ। ਤਾਂ ਹੁਣ ਹਾਈਬ੍ਰਿਡ ऑर्बिटल ਦੀ ਕਿਆ ਕੌਨਫੀਗਰੇਸ਼ਨ ਬਣੇਗੀ, ਮੈਂ ਸਿੱਧਾ ਲਿਖ ਦਿੰਦਾ Cr+3 ਆਫਟਰ ਹਾਈਬ੍ਰਿਡਾਈਜੇਸ਼ਨ। ਇਹ ਤੁਸੀਂ ਦਿਖਾਣਾ ਸਾਰਾ ਕੁਝ ਸਕੂਲ 'ਚ ਵੀ। ਤਾਂ ਜੀ ਇੱਥੇ ਮੇਰੇ ਕੋਲ ਆ ਗਿਆ ਆਰਗਨ 18 ਨੂੰ ਤਾਂ ਫਰਕ ਹੀ ਨਹੀਂ ਪੈ ਰਿਹਾ, ਭਾਵੇਂ ਨਾ ਲਿਖੋ। 3d3 ਡੀ ਦੇ ਅੰਦਰ 3 ਇਲੈਕਟ੍ਰੋਨ ਨੇ ਜੀ, 1 2 3। ਹੁਣ ਆਹ ਸਾਰੇ ਇਕੱਠੇ ਹੋ ਗਏ ਜਿੰਨੇ ਦੀ ਰਿਕੁਆਇਰਮੈਂਟ ਹੈ। ਜੇ ਇੱਥੇ 4 ਬੌਂਡ ਦੀ ਰਿਕੁਆਇਰਮੈਂਟ ਹੁੰਦੀ ਤਾਂ ਆਹ 2 ਔਰ ਆਹ 2 ਆ ਜਾਂਦੇ, ਹੈ ਨਾ। ਜੇ ਇੱਥੇ 5 ਬੌਂਡ ਦੀ ਰਿਕੁਆਇਰਮੈਂਟ ਹੁੰਦੀ ਤਾਂ ਆਹ 2 3 4 5 ਫਿਰ ਐਵੇਂ ਆ ਜਾਂਦੇ। ਉਹ ਜੋ ਡਿਪੈਂਡ ਕਰਦਾ ਕੁਐਸਚਨ ਟੂ ਕੁਐਸਚਨ, ਹੈ ਨਾ। ਹੁਣ ਆਹ 5 ਇਕੱਠੇ ਹੋ ਗਏ, ਤਾਂ ਇਹ 5 ਨੂੰ ਹੁਣ ਇੱਕ ਲੈਵਲ ਤੇ ਇਕੱਠੇ 1 2 3 5 ਬਣਾਤੇ। ਔਰ ਇਹਨਾਂ ਦਾ ਨਾਮ ਕੀ ਹੈ ਜੀ, ਦੇਖੋ 2 ਡੀ ਦੇ ऑर्बिटल ਲੱਗੇ, 1 ਐਸ ਦਾ ਲੱਗਿਆ, 3 ਪੀ ਦੇ ਲੱਗੇ। ਤਾਂ ਇਹ ਕਿਹੜੇ ऑर्बिटल ਨੇ, D2sp3। ਇੰਨੀ ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਠੀਕ ਹੈ। D2sp3 ਆਹ ਇਹਦੀ ਕੌਨਫੀਗਰੇਸ਼ਨ ਆ ਗਈ, ਮਤਲਬ ਹਾਈਬ੍ਰਿਡਾਈਜੇਸ਼ਨ ਆ ਗਈ D2sp3। ਠੀਕ ਹੈ। ਜਿੰਨਿਆਂ ਦੀ ਲੋੜ ਸੀਗੀ, ਜੇ 4 ਲੱਗਦੇ ਤਾਂ ਮੈਂ 4 ਦੇ ਹਿਸਾਬ ਨਾਲ ਹਾਈਬ੍ਰਿਡਾਈਜੇਸ਼ਨ ਲਿਖ ਦਿੰਦਾ। ਆ ਬਣ ਗਿਆ D2sp3। ਹੁਣ क्रोमीਅਮ ਇਹੋ ਜਿਹਾ ਦਿਖ ਰਿਹਾ। ਠੀਕ ਹੈ। ਕੱਲਾ ਗਰਾਊਂਡ ਸਟੇਟ 'ਚ ਇਹੋ ਜਿਹਾ ਸੀਗਾ, ਫਿਰ ਚਾਰਜ ਆਇਆ ਤਾਂ ਐਵੇਂ ਦਾ ਹੋ ਗਿਆ। ਫਿਰ ਇਹਨੇ ਦੇਖਿਆ 6 ਬੌਂਡ ਬਣਨੇ ਨੇ, ਤਾਂ 6 ਹਾਈਬ੍ਰਿਡ ऑर्बिटल ਇਕੱਠੇ ਹੋ ਗਏ। ਇਸ ਤਰ੍ਹਾਂ ਨਾਲ ਕੁਝ ਬਣ ਗਿਆ D2sp3। ਠੀਕ ਹੈ। ਹੁਣ ਪਤਾ ਲੱਗਿਆ ਨਾ, ਦੇਖੋ ਪਹਿਲਾਂ ਡੀ ਆ ਰਹੇ ਨੇ ਖਾਲੀ ऑर्बिटल, ਫਿਰ ਐਸ ਆ ਰਿਹਾ, ਫਿਰ ਪੀ ਆ ਰਹੇ ਨੇ। ਜੇ ਇੱਥੇ ਭਰੇ ਹੁੰਦੇ ਤੇ ਮੈਨੂੰ 6 ऑर्बिटल ਚਾਹੀਦੇ ਹੁੰਦੇ, ਤਾਂ ਮੈਂ ਇੱਥੋਂ ਇੱਕ ਸ਼ੁਰੂ ਕਰਦਾ, 1 2 3 4, ਫਿਰ 4d ਵੀ ਖਾਲੀ ਪਿਆ ਸੀਗਾ, 5 6, ਫਿਰ 2d ਬਾਅਦ ਚ ਆਉਂਦਾ। ਤਾਂ ਇਹ ਫਰਕ ਹੈ D2sp3 ਔਰ sp3 D2 'ਚ। ਠੀਕ ਹੈ। ਆ ਗੱਲ ਸਮਝ ਆ ਰਹੀ ਹੈ? D2sp3 ਬਣ ਗਿਆ। ਹੁਣ क्रोमीਅਮ ਦੀ ਇੱਥੇ ਤੱਕ, ਪਹਿਲੀ ਗੱਲ ਇੱਥੇ ਤੱਕ ਸਾਰਿਆਂ ਨੇ ਨੋਟ ਕਰ ਲਿਆ ਨਾ? ਠੀਕ ਹੈ ਜੀ। ਜੇ ਨਹੀਂ ਨੋਟ ਕਰਿਆ, ਇੱਕ ਅੱਧਾ ਮਿੰਟ ਲਾ ਕੇ ਫਟਾਫਟ ਇੱਥੇ ਤੱਕ ਨੋਟ ਕਰੋ, ਫਿਰ ਮੈਂ ਅੱਗੇ ਸਮਝਾਉਣਾ। ਅਗਲਾ ਕੰਮ ਕੁਝ ਵੀ ਨਹੀਂ ਹੈ। ਹੁਣ क्रोमीਅਮ ਦੇ ਨਾਲ 6 ਅਮੋਨੀਆ ਹੀ ਜੋੜਨੇ ਨੇ ਬਸ। ਠੀਕ ਹੈ। ਠੀਕ ਹੈ। ਆ ਦੇਖੋ ਹੁਣ ਕੀ ਕਰਨਾ ਹੈ ਜੀ। ਹੁਣ ਬਸ ਆਪਾਂ ਮੰਨ ਕੇ ਚੱਲਦੇ ਕੰਪਾਊਂਡ ਬਣ ਗਿਆ। ਇੱਥੇ क्रोमीਅਮ ਹੈ, ਨਾਲ ਇਹਦੇ ਜੁੜੇ ਹੋਏ ਨੇ ਉਹ NH3
6 ਵਾਰ 3 ਪੋਜ਼ਿਟਿਵ। ਸਹੀ ਹੈ। ਹੁਣ ਇਹ ਕਿਵੇਂ ਦਾ ਦਿਖੇਗਾ? ਆਰਗਨੇਟੀਨ ਉੱਥੇ ਪਿਆ, ਉਹਨੂੰ ਬਣਾਉਣ ਦੀ ਲੋੜ ਹੈ ਨਹੀਂ ਵੈਸੇ ਹੁਣ। ਠੀਕ ਹੈ, ਆਰਗਨੇਟੀਨ ਚਲੋ ਬਣਾ ਦਿੰਦੇ ਹਾਂ, ਕੋਈ ਦਿੱਕਤ ਨਹੀਂ। ਆਰਗਨੇਟੀਨ ਆ ਗਿਆ। 3D3 ਤੇ ਕੋਈ ਫਰਕ ਨਹੀਂ ਪੈ ਰਿਹਾ ਜੀ। ਠੀਕ ਹੈ, 3D3 ਤੇ ਕੋਈ ਫਰਕ ਨਹੀਂ ਪੈ ਰਿਹਾ। ਇਸ ਤਰ੍ਹਾਂ ਨਾਲ ਉਹ 'ਚ ਆਪਣਾ ਇੱਕ ਇੱਕ ਇਲੈਕਟ੍ਰੋਨ ਪਿਆ ਹੈ। ਹੁਣ ਜਿਹੜੇ 5 D2sp3 ਬਣੇ, ਠੀਕ ਹੈ, ਇਕੱਠੇ ਸੀਗੇ ਜਿਹੜੇ, ਇਸ ਤਰ੍ਹਾਂ ਦਾ D2sp3 ऑर्बिटल ਜਿਹੜੇ ਬਣੇ। ਠੀਕ ਹੈ, 5 ਨਹੀਂ 6। ਮੈਂ 5 ਕਿਉਂ ਬਣਾ ਰਿਹਾ? ਇੱਕ ਸੈਕਿੰਡ, ਪਹਿਲਾਂ ਵੀ 5 ਬਣਾਏ ਨੇ। ਹਾਂ 6 ਬਣਨਗੇ ਯਾਰ, 1 2 3 4 5 6 ਬਣਨਗੇ। ਹਾਂ 6 ਬਣਨਗੇ ਕਿਉਂਕਿ 6 ਬੌਂਡਸ ਬਣ ਰਹੀਆਂ ਨੇ ਨਾ। 6 D2sp3 ऑर्बिटल ਬਣੇ। ਠੀਕ ਹੈ, ਹੁਣ ਇਹ ਤਾਂ ਸੀਗੇ ਕ੍ਰੋਮੀਅਮ ਦੇ ਖਾਲੀ ऑर्बिटल। ਇਹ 'ਚ ਸਾਰੇ ਅਮੋਨੀਆ ਨੇ ਆਪਣੀ ਆਪਣੀ ਲੋਨ ਪੇਅਰ ਭਰਤੀਆਂ, ਤਾਂ ਹੀ ਕੋਆਰਡੀਨੇਟ ਬੌਂਡ ਬਣੀ ਨਾ, ਲੋਨ ਪੇਅਰ ਔਰ ਖਾਲੀ ऑर्बिटल ਦੇ ਅੰਦਰ। ਤਾਂ ਸਾਰਿਆਂ ਨੇ ਆਪਣੀ ਆਪਣੀ ਲੋਨ ਪੇਅਰ, ਯਾਨੀ ਕਿ 2 2 ਇਲੈਕਟ੍ਰੋਨ ਦਾ ਪੇਅਰ ਹੁਣ ਇਹ 'ਚ ਸਭ 'ਚ ਫਿਲ ਕਰ ਦੇਣਾ। ਹੁਣ ਬੁੱਕ 'ਚ ਨਾ ਐਵੇਂ ਦਿਖਾਇਆ ਹੁੰਦਾ 2 2 ਇਲੈਕਟ੍ਰੋਨ ਐਵੇਂ ਕ੍ਰਾਸ ਪਾ ਕੇ, ਤਾਂ ਮਤਲਬ ਕਿ 2 ਇਲੈਕਟ੍ਰੋਨ ਪੇਅਰ ਇੱਥੇ ਆ ਗਿਆ। ਤੁਸੀਂ ਕਿਵੇਂ ਵੀ ਦਿਖਾ ਸਕਦੇ ਹੋ। ਠੀਕ ਹੈ, ਇਹਨੂੰ ਐਵੇਂ ਪੇਅਰਡ ਇਲੈਕਟ੍ਰੋਨ ਵੀ ਦਿਖਾ ਸਕਦੇ ਹੋ। ਬੁੱਕਸ ਦੇ ਅਕੋਰਡਿੰਗ ਹੀ ਚੱਲ ਪੋ। ਬੈਟਰ NCERT ਦੇਖ ਲਿਓ, NCERT 'ਚ ਆਈ ਗੈਸ ਭਰੇ ਹੀ ਹੋਣਗੇ ਇਲੈਕਟ੍ਰੋਨਸ। ਠੀਕ ਹੈ, 2 2 ਦਾ ਪੇਅਰ। 6 ਅਮੋਨੀਆ ਸੀਗੇ, ਹਰ ਇੱਕ ਨੇ ਆਪਣਾ ਆਪਣਾ ਲੋਨ ਪੇਅਰ ਆ। ਪਹਿਲੇ ਅਮੋਨੀਆ ਦਾ ਲੋਨ ਪੇਅਰ, ਦੂਜੇ ਦਾ ਲੋਨ ਪੇਅਰ, ਤੀਜੇ ਦਾ ਲੋਨ ਪੇਅਰ, ਚੌਥੇ ਦਾ ਲੋਨ ਪੇਅਰ, ਪੰਜਵੇਂ ਦਾ, ਛੇਵੇਂ ਦਾ। ਗੱਲ ਖਤਮ। ਠੀਕ ਹੈ, ਐਂਡ 'ਚ ਜੇ ਇਹਦੀ ਸ਼ੇਪ ਬਣਾਉਣੀ ਆ ਬਣਾ ਦਿਓ, ਕਿਹੋ ਜਿਹੀ ਹੋਏਗੀ? ਆਕਟਾਹਾਈਡਰਲ ਸ਼ੇਪ ਹੁੰਦੀ ਹੈ। ਤਾਂ ਕ੍ਰੋਮੀਅਮ ਦੇ ਆਲੇ ਦੁਆਲੇ ਲਾਤੇ ਜੀ ਆਪਾਂ ਨੇ 4 ਅਮੋਨੀਆ ਆ ਲਗਾਤੇ। 4 ਅਮੋਨੀਆ ਇਸ ਤਰ੍ਹਾਂ ਨਾਲ ਇੱਥੇ ਇੱਥੇ ਲੱਗ ਗਏ। ਠੀਕ ਹੈ, 1 ਅਮੋਨੀਆ ਉੱਪਰ ਲੱਗ ਗਿਆ ਜੀ, 1 ਅਮੋਨੀਆ ਨੀਚੇ ਲੱਗ ਗਿਆ। ਇਸ ਤਰ੍ਹਾਂ ਨਾਲ ਬਣ ਗਈ ਇਹਦੀ ਸ਼ੇਪ। ਗੱਲ ਸਮਝ ਆਈ ਕਿਵੇਂ ਕਰਨਾ ਨਾ? ਤਾਂ ਪਹਿਲਾਂ ਹਮੇਸ਼ਾ ਜਦੋਂ ਵੀ ਕੁਐਸਚਨ ਆਏਗਾ, ਪਹਿਲਾਂ ਐਲੀਮੈਂਟ ਦੀ ਗਰਾਊਂਡ ਸਟੇਟ ਕੌਨਫੀਗਰੇਸ਼ਨ, ਫਿਰ ਚਾਰਜ ਵਾਲੀ ਕੌਨਫੀਗਰੇਸ਼ਨ, ਫਿਰ ਉਹ 'ਚੋਂ ਦਿਮਾਗ ਲਗਾਓ ਕਿਹੜੇ ਕਿਹੜੇ ऑर्बिटल ਜੁੜ ਸਕਦੇ ਨੇ ਖਾਲੀ ਵਾਲੇ। ਉਹ ਜੁੜ ਕੇ ਅੱਡ ਤੋਂ ਉਹਨਾਂ ਨੇ ਆਪਣਾ ਘਰ ਬਣਾ ਲਿਆ। ਠੀਕ ਹੈ, ਇਹ ਅੱਡ ਹੋ ਗਏ, ਬਟਵਾਰਾ ਹੋ ਗਿਆ। ਫਿਰ ਉਹ ਖਾਲੀ ऑर्बिटल ਦੇ ਅੰਦਰ ਲੋਨ ਪੇਅਰ ਵਾਲੇ ਨੇ ਆਪਣੇ ਲੋਨ ਪੇਅਰ ਡੋਨੇਟ ਕਰਕੇ ਬੌਂਡਿੰਗ ਬਣਾ ਲਈ। ਠੀਕ ਹੈ ਜੀ, ਆ ਐਜ਼ ਇਟ ਇਜ਼ ਕ੍ਰੋਮੀਅਮ ਦੇ ਅੰਦਰ ਪਿਆ ਅਨਟੱਚਡ। 3 ਅਨਪੇਅਰਡ ਇਲੈਕਟ੍ਰੋਨ ਪਏ ਨੇ ਕ੍ਰੋਮੀਅਮ ਦੇ ਕੋਲ। ਠੀਕ ਹੈ, ਆ ਤਾਂ ਪੇਅਰ ਆ ਗਿਆ, ਖਤਮ। ਨੋਟ ਕਰ ਲਓ ਫਟਾਫਟ। ਮੇਰੇ ਖਿਆਲ ਨਾਲ ਸਾਰਾ ਤਰੀਕਾ ਸਮਝ ਆ ਗਿਆ ਹੋਣਾ ਵੀ ਕਿਸ ਤਰ੍ਹਾਂ ਨਾਲ ਚੱਲਣਾ ਆਪਾਂ ਨੇ। ਠੀਕ ਹੈ, ਚਲੋ ਇੱਕ ਹੋਰ ਕਰਕੇ ਟਰਾਈ ਕਰਕੇ ਦੇਖਦੇ ਹਾਂ ਆਪਾਂ। ਦੂਜੀ ਐਗਜ਼ਾਮਪਲ ਹੈ, ਆਕਟਾਹਾਈਡਰਲ ਹੀ ਕਰਾਂਗੇ ਪਹਿਲਾਂ, ਹਾਲੇ ਆਕਟਾਹਾਈਡਰਲ ਨੂੰ ਵੀ ਟਾਈਮ ਲੱਗੇਗਾ। ਦੂਜੀ ਐਗਜ਼ਾਮਪਲ ਹੈ ਜੀ ਮੇਰੇ ਕੋਲ FeCN6 3-। ਚਲੋ ਫਟਾਫਟ ਟਰਾਈ ਕਰਕੇ ਦੇਖੋ। FeCN6 3-, ਜਲਦੀ ਜਲਦੀ ਇਹਨੂੰ ਟਰਾਈ ਕਰੋ। ਮੈਂ ਇੱਥੇ ਨਾਲ ਨਾਲ ਇਹਦੀ ਆਕਸੀਡੇਸ਼ਨ ਸਟੇਟ ਲਿਖ ਲੈਂਦੇ ਪਹਿਲਾਂ। X ਸਾਈਨਾਈਡ ਦੀ -1 ਹੁੰਦੀ ਹੈ, 6 ਦੀ -6 ਇਕੁਅਲ ਟੂ ਸਾਰੇ ਦਾ -3, ਤਾਂ X ਆ ਗਿਆ +3, ਆਇਰਨ ਤੇ +3। ਠੀਕ ਹੈ, ਗਰਾਊਂਡ ਸਟੇਟ ਕੌਨਫੀਗਰੇਸ਼ਨ ਆਫ ਆਇਰਨ ਨਹੀਂ ਪਤਾ, ਮੈਂ ਦੱਸ ਦਿੰਦਾ 26ਵੇਂ ਨੰਬਰ 'ਤੇ ਹੁੰਦਾ ਇਹ। ਤਾਂ ਇਹਦੀ ਹੁੰਦੀ ਹੈ ਆਰਗਨ 18 3D6 4s2 4s2 3D6 ਹੁੰਦੀ ਹੈ, ਪਰ ਮੈਂ ਦੱਸਿਆ ਨਾ ਐਵੇਂ ਲਿਖੋਗੇ ਤਾਂ ਵਧੀਆ ਰਹੋਗੇ। 3D6 ਨੂੰ ਥੋੜ੍ਹਾ ਜਿਹਾ ਡਿਫਰੈਂਸ ਪਾ ਕੇ ਲਿਖ ਦਿੰਦੇ ਹਾਂ, ਥੱਲੇ ਗੋਲੇ ਬਣਾਉਣੇ ਆ। थ्री डी सिक्स 4s2 ਲਓ 4s2। ਹੁਣ 4s ਤੋਂ ਬਾਅਦ 4p 0 ਸਾਰਾ ਖਾਲੀ ਪਿਆ। ਦੇਖਾਂਗੇ ਜੇ ਡੀ ਦੀ ਲੋੜ ਪਈ ਤਾਂ ਡੀ ਨੂੰ ਵੀ 0 ਭਰ ਦਾਂਗੇ। ਹਾਲੇ 3d6 1 2 3 4 5 6 ਤੇ 4s2 2 ਇਲੈਕਟ੍ਰੋਨ ਭਰਤੇ। ਠੀਕ ਹੈ ਜੀ, ਫਿਰ Fe ਦੀ ਜਗ੍ਹਾ ਤੇ ਆ ਗਿਆ Fe3 ਪੋਜ਼ਿਟਿਵ, ਕਿਉਂਕਿ ਇਹਦੀ ਆਕਸੀਡੇਸ਼ਨ ਸਟੇਟ 3 ਹੈ। ਆਰਗਨੇਟੀਨ ਨੂੰ ਫਰਕ ਨਹੀਂ ਪਏਗਾ ਕੋਈ ਵੀ। ਇੱਕ ਮਿੰਟ, ਮੇਰੇ ਖਿਆਲ ਨਾਲ Fe ਠੀਕ ਹੈ। ਹਾਂਜੀ, ਆਰਗਨੇਟੀਨ ਪਹਿਲੇ ਇੱਕ ਵਾਰੀ ਇੱਧਰ ਦੇਖ ਲਓ। ਆਰਗਨੇਟੀਨ ਆ ਗਿਆ, ਉਸ ਤੋਂ ਬਾਅਦ ਹੁਣ 3 ਉਡਾਤੇ ਤਾਂ 2 ਇਹ 'ਚੋਂ ਜਾਣਗੇ, 1 ਇਹ 'ਚੋਂ ਜਾਏਗਾ। 3d6 ਦੀ ਜਗ੍ਹਾ ਤੇ ਰਹਿ ਜਾਏਗਾ 3d5।
1 2 3 4 5 ठीक है। उस तो बाद 4s हुण बन जाएगा 0 और 4p तो पहले ही 0 सीगा। हुण ना इह एक बड़ा नवीं चीज़ होंदी है ठीक है। हुण कहिए सर सानूं किवें पता लगा असीं वो चीज़ करनी है कि नहीं करनी, ਉਹੀ इस थ्योरी 'ਚ दिक्कत है ठीक है। कि ਇਹ ਥਿਊਰੀ ਨਾ ਆਨਸਰ ਕਰਦੀ ਹੈ ਜਿਹੜੀ ਚੀਜ਼ ਐਗਜ਼ਿਸਟ ਕਰਦੀ ਹੈ ਦੱਸਦੀ ਹੈ ਵੀ ਹਾਂ ਐਵੇਂ ਹੋਇਆ ਹੋਣਾ, ਪਰ ਉਹਦਾ ਕਾਰਨ ਕੀ ਹੈ ਐਵੇਂ ਕਿਉਂ ਹੋਇਆ ਉਹ ਇਹ ਥਿਊਰੀ ਨਹੀਂ ਦੱਸਦੀ। ਤਾਂ ਉਹਦੇ ਵਾਸਤੇ ਹੀ ਅਗਲੀ ਥਿਊਰੀ ਅਸੀਂ ਜਦੋਂ ਕੱਲ ਨੂੰ ਪੜਾਂਗੇ CFT ਕ੍ਰਿਸਟਲ ਫੀਲਡ ਥਿਊਰੀ ਪੜਾਂਗੇ। ਹਾਲੇ ਸਿਰਫ ਇਹਨੂੰ ਮੈਂ ਤੁਸੀਂ ਕਹਿ ਲਓ ਵੀ ਇੱਕ ਐਵੇਂ ਦਾ ਕੇਸ ਨੂੰ ਯਾਦ ਕਰ ਲਓ, ਜਿੰਨੇ ਵੀ ਐਵੇਂ ਦੇ ਕੇਸਿਸ ਆਣਗੇ। ਹੁਣ ਨਾ ਸਾਫ਼ ਦਿਖ ਰਿਹਾ ਵੀ ਹਾਈਬ੍ਰਿਡਾਈਜੇਸ਼ਨ ਦੇ ਲਈ ਸਾਨੂੰ 6 ਸਾਇਨਾਈਡ ਜੁੜੇ ਹੋਏ ਨੇ ਨਾ, ਸਾਨੂੰ 6 ਆਰਬਿਟਲ ਚਾਹੀਦੇ ਨੇ। ਤਾਂ ਖਾਲੀ ਇੱਧਰੋਂ ਸ਼ੁਰੂ ਹੋ ਰਿਹਾ 1 2 3 4 ਔਰ 4d ਖਾਲੀ ਹੋਏਗਾ, 2 ਹਾਈਬ੍ਰਿਡ ਆਰਬਿਟਲ ਉਹਦੇ ਹੋਣਗੇ ਹੈ ਨਾ। ਪਰ ਇਸੇ ਥਿਊਰੀ ਦਾ ਇੱਕ ਪੁਆਇੰਟ ਪੜੋ, ਇਸ ਮੈਂ ਇੱਕ ਪੁਆਇੰਟ ਲਿਖਾਇਆ ਸੀਗਾ ਕਿ ਕਈ ਕੇਸਿਸ 'ਚ ਹਾਈਬ੍ਰਿਡਾਈਜੇਸ਼ਨ ਹੋਣ ਤੋਂ ਪਹਿਲਾਂ ਇੱਥੇ ਇਲੈਕਟ੍ਰੋਨ ਪੇਅਰ ਅਪ ਹੋਣ ਲੱਗ ਜਾਂਦੇ ਨੇ ਠੀਕ ਹੈ। ਤਾਂ ਹਾਈਬ੍ਰਿਡਾਈਜੇਸ਼ਨ ਹੋਣ ਤੋਂ ਪਹਿਲਾਂ ਇਹਦੇ 'ਚ ਕੀ ਹੁੰਦਾ ਹੈ, ਇਹਦੇ 'ਚ ਨਾ ਇਲੈਕਟ੍ਰੋਨ ਆ ਜਿਹੜੇ ਪਏ ਨੇ ਇਹ ਆਪਸ 'ਚ ਹੀ ਪੇਅਰ ਹੋਣ ਲੱਗ ਜਾਂਦੇ ਨੇ ਠੀਕ ਹੈ। ਹਾਈਬ੍ਰਿਡਾਈਜੇਸ਼ਨ ਹੋਣੀ ਚਾਹੀਦੀ ਸੀਗੀ sp3d2 ਐਵੇਂ ਹੋਣੀ ਚਾਹੀਦੀ ਸੀ ਨਾ, ਇੱਥੇ ਇੱਕ ਖਾਲੀ ਆਰਬਿਟਲ 3 ਤੇ 2d ਦੇ, ਪਰ ਇਹ 'ਚ ਪਹਿਲਾਂ ਹੀ ਪੇਅਰਿੰਗ ਹੋ ਜਾਂਦੀ ਹੈ, ਇੱਥੇ ਪੇਅਰਿੰਗ ਹੁੰਦੀ ਹੈ ਠੀਕ ਹੈ। ਤਾਂ ਪੇਅਰਿੰਗ ਕਿਵੇਂ ਕਰਾਂਗੇ ਸੋਚੋ, ਆ ਦੋ ਨੇ ਇਹ ਆਪਸ 'ਚ ਪੇਅਰ ਹੋ ਗਿਆ, ਫਿਰ ਦੋ ਆਪਸ 'ਚ ਅੱਗੇ ਪੇਅਰ ਕਰ ਗਏ, ਫਿਰ ਇੱਕ ਰਹਿ ਗਿਆ। ਚੈੱਕ ਕਰੋ ਜੇ ਮੈਂ ਜੇ ਐਵੇਂ ਪੇਅਰਿੰਗ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਸਿਰਫ 3 ਆਰਬਿਟਲ ਭਰਨਗੇ, 2 ਖਾਲੀ ਬਚ ਜਾਣਗੇ। ਦੇਖੋ ਅਗਰ ਮੈਂ ਇੱਥੇ ਸਿੱਧਾ ਹੀ ਲਿਖ ਦਿੰਦਾ ਆਫਟਰ ਪੇਅਰਿੰਗ, ਚਲੋ ਵੈਸੇ ਐਵੇਂ ਦਿਖਦਾ ਨਹੀਂ, ਮੈਂ ਤੁਹਾਨੂੰ ਇਸ ਕੇਸ 'ਚ ਦਿਖਾ ਦਿੰਦਾ। ਆਫਟਰ ਪੇਅਰਿੰਗ ਹਾਈਬ੍ਰਿਡਾਈਜੇਸ਼ਨ ਹੋਣ ਤੋਂ ਜਸਟ ਪਹਿਲਾਂ ਪੇਅਰਿੰਗ ਆਫ ਇਲੈਕਟ੍ਰੋਨ ਹੋ ਜਾਂਦੀ ਹੈ। ਹੈਗਾ 3d ਦੇ ਅੰਦਰ 5 ਹੀ ਇਲੈਕਟ੍ਰੋਨ ਨੇ, ਪਰ ਇਹ ਪੇਅਰ ਹੋ ਗਏ, 5 ਅੰਦਰ ਇਕੱਠੇ ਹੋ ਗਏ। ਇੱਥੇ ਆ ਗਿਆ 1 2 3 4 5। ਹੁਣ ਇਹਦੇ ਵਾਸਤੇ ਤਾਂ ਚਲੋ ਕੋਈ ਪੇਅਰ ਸੀਗਾ ਹੀ ਨਹੀਂ, ਐਵੇਂ ਆ ਗਿਆ 4s 0, ਇਸ ਦੇ ਅੰਦਰ 0 ਹੈ, 4p 0। ਹੁਣ ਨਾ ਇਸ ਥਿਊਰੀ ਨੇ ਇਹਦੇ ਬਾਰੇ ਕੁਝ ਖਾਸ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਐਵੇਂ ਕਿਉਂ ਹੋਇਆ ਕਿਉਂ ਨਹੀਂ ਹੋਇਆ, ਬਸ ਇਹਨੇ ਦੱਸਤਾ ਵੀ ਹਾਂ ਪੇਅਰਿੰਗ ਹੋ ਗਈ ਠੀਕ ਹੈ। ਕਹਿੰਦੇ ਕੁਝ ਕੇਸਿਸ 'ਚ ਪੇਅਰਿੰਗ ਹੋ ਜਾਂਦੀ ਹੈ, ਕੁਝ ਨਹੀਂ ਹੁੰਦੀ। ਇਹਦਾ ਆਨਸਰ ਤੁਹਾਨੂੰ ਅਗਲੀ ਥਿਊਰੀ 'ਚ ਮਿਲੇਗਾ CFT 'ਚ ਕ੍ਰਿਸਟਲ ਫੀਲਡ ਥਿਊਰੀ 'ਚ, ਉਹ ਦੱਸਦੀ ਹੈ ਵੀ ਪੇਅਰਿੰਗ ਕਿਉਂ ਹੋਈ ਹੈ ਠੀਕ ਹੈ। ਤਾਂ ਹਾਲੇ ਆਪਾਂ ਉਹ ਥਿਊਰੀ ਨਹੀਂ ਪੜ੍ਹ ਰਹੇ, ਤਾਂ ਹਾਲੇ ਸਿਰਫ ਮੰਨ ਕੇ ਚਲੋ ਵੀ ਪੇਅਰਿੰਗ ਹੋ ਰਹੀ ਹੈ, ਐਵੇਂ ਹੋ ਗਿਆ ਜੀ। ਹੁਣ ਖਾਲੀ ਆਰਬਿਟਲ ਚੈੱਕ ਕਰੋ ਮਾੜੇ ਜਿਹੇ ਕਿਹੜੇ ਕਿਹੜੇ ਨੇ। ਇੱਥੋਂ ਖਾਲੀ ਸ਼ੁਰੂ ਹੋਣਾ ਆ ਗਿਆ, ਇੱਕ ਆਰਬਿਟਲ, ਦੂਜਾ ਆਰਬਿਟਲ, ਤੀਜਾ ਆਰਬਿਟਲ, ਚੌਥਾ, ਪੰਜਵਾਂ, ਛੇਵਾਂ। ਐਗਜ਼ੈਕਟਲੀ ਪਹਿਲਾਂ ਵਾਂਗੂ ਕਿ ਇਹ ਬਣੇਗੀ ਇਹਦੀ ਹਾਈਬ੍ਰਿਡਾਈਜੇਸ਼ਨ D2sp3 ਹੈ ਨਾ। ਤਾਂ ਆਹ 3 ਅਲੱਗ ਰਹਿ ਜਾਣਗੇ, ਇੱਥੇ ਕੌਨਫੀਗਰੇਸ਼ਨ ਸਿੱਧੀ ਆ ਜਾਏਗੀ। ਲਓ ਮੈਂ ਇਹਦਾ ਵੀ ਲਿਖ ਦਿੰਦਾ, ਪਹਿਲਾਂ ਇਹਨਾਂ ਨੋਟ ਕਰ ਲਓ ਫਟਾਫਟ ਸਾਰੇ ਜਾਣੇ, ਫਿਰ ਮੈਂ ਅਗਲੇ ਪੇਜ ਤੇ ਇਹਦੀ ਪੂਰਾ ਬਣਾਉਣਾ ਕੰਪਾਊਂਡ। ਦੇਖਿਆ ਜੀ, ਲਿਖ ਲਿਆ ਇੱਥੇ ਤੱਕ। ਚਲੋ ਹੁਣ ਬਸ ਕੰਪਾਊਂਡ ਹੀ ਬਣਾ ਦੇਣਾ ਸਿੱਧਾ। ਕਿਹੜਾ ਕੰਪਾਊਂਡ ਸੀਗਾ, FeCN6 4- ਸੀਗਾ ਜਾਂ 3- ਸੀਗਾ, 3- ਹੈ ਨਾ। ਤਾਂ ਸਿੱਧਾ ਇਹਦੀ ਕੌਨਫੀਗਰੇਸ਼ਨ ਕੀ ਹੈ ਜੀ, ਆਰਗਨ ਤਾਂ 18 ਹੀ ਹੈ, ਇੱਧਰ ਬਚ ਗਿਆ 3d5। 3d5 ਕਿਵੇਂ ਬਚ ਗਿਆ, 1 2 3 4 5, ਫਿਰ ਉਸ ਤੋਂ ਬਾਅਦ 5 ਔਰ 6 ਆਰਬਿਟਲ ਬਣ ਗਏ ਸਾਰੇ ਦੇ ਸਾਰੇ D2sp3 ਦੇ ਅੰਦਰ, ਜਿਹਦੇ ਅੰਦਰ ਸਾਇਨਾਈਡ ਨੇ ਆਪਣੇ 6। ਮੈਂ ਇਸ ਤਰ੍ਹਾਂ ਬਣਾ ਲਓ ਜਿਵੇਂ ਲੱਗਦਾ ਕਈ ਕ੍ਰਾਸ ਬਣਾਉਂਦੇ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕ੍ਰਾਸ ਵਾਲੀ ਐਗਜ਼ਾਮਪਲ ਕਰਵਾਈ ਸੀ ਠੀਕ ਹੈ। ਤਾਂ D2sp3 'ਚ ਇਹਦੀ ਸ਼ੇਪ ਕੀ ਬਣ ਗਈ, ਔਕਟਾਹੈਡਰਲ। ਹੁਣ ਜੇ ਕੋਈ ਪੇਅਰਿੰਗ ਨਾ ਕਰਾਂਦਾ ਤਾਂ ਵੀ ਇਹਦੀ ਸ਼ੇਪ ਔਕਟਾਹੈਡਰਲ ਹੀ ਰਹਿੰਦੀ, ਪਰ ਇਹਦੀ ਹਾਈਬ੍ਰਿਡਾਈਜੇਸ਼ਨ sp3d2 ਬਣਦੀ, ਫਿਰ ਤੁਸੀਂ ਬਾਹਰ ਵਾਲਾ D4d ਵਾਲਾ D ਯੂਜ਼ ਕਰਦੇ ਹੈ ਨਾ। ਉਹੀ ਇਹੋ ਜਿਹੀਆਂ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ, ਇਹ CFT ਕਰਨ ਤੋਂ ਬਾਅਦ ਤੁਹਾਨੂੰ ਯਾਦ ਹੀ ਹੋ ਜਾਣਗੀਆਂ ਠੀਕ ਹੈ। ਹਾਲੇ ਮੈਂ ਦੱਸ ਦੂੰਗਾ ਵੀ ਕਿਸ 'ਚ ਪੇਅਰਿੰਗ ਕਰਾਣੀ ਹੈ ਕਿਸ 'ਚ ਨਹੀਂ ਕਰਾਣੀ, ਤਾਂ ਹਾਲੇ ਸਿਰਫ ਉਸ ਅਕੋਰਡਿੰਗਲੀ ਚੱਲਾਂਗੇ ਆਪਾਂ। ਬਣ ਗਿਆ ਜੀ, ਸ਼ੇਪ ਬਣਾ ਲਓ। ਸ਼ੇਪ ਕਹੇ ਜੀ, ਸੇਮ ਔਕਟਾਹੈਡਰਲ ਹੈ, ਤਾਂ 1 2 3 4 ਸਾਇਨਾਈਡ ਇੱਧਰ ਜੁੜ ਗਏ,
एक साइनाइड बिल्कुल ऊपर और एक साइनाइड बिल्कुल नीचे, इस तरह का बनेगा। ठीक है, चलो तीजा तुम तुसी आप बनाना ते इस च भी पेयरिंग करवानी है। अच्छा, अगर एग्जामिनर पूछदा इस च किन्ने अनपेयर्ड ने इलेक्ट्रॉन, तो सारा कुछ पेयर है, सिर्फ आह एक अनपेयर्ड है। कई बच्चे ना फट आ चीज नोट नहीं करते, पेयरिंग नहीं करांदे, ते सोचो इस च किन्ने अनपेयर्ड बच रहे सी, 5 बच रहे सीगे, पर 5 ਦੇ ਵਿੱਚ ਆਪਣੇ ਆਪ ਹੀ पेयरिंग होगी हाइब्रिडाइजेशन तो ਪਹਿਲਾਂ। ਤਾਂ ਐਕਚੁਅਲ ਚ ਇਸ ਚ ਇੱਕ ਅਨਪੇਅਰਡ ਇਲੈਕਟ੍ਰੋਨ ਹੈ। ਇਹ ਜਿਹਾ ਕੁਝ ਵੀ ਲਿਖ ਲਓ, ਕੰਮ ਬਹੁਤ ਆਏਗਾ ਅੱਗੇ। ਨਾਲ ਨਾਲ ਨੋਟ ਕਰ ਲਿਓ, 1 ਅਨਪੇਅਰਡ ਇਲੈਕਟ੍ਰੋਨ, 1 ਅਨਪੇਅਰਡ ਇਲੈਕਟ੍ਰੋਨ। ਔਰ ਜਿਸ 'ਚ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਹੁੰਦਾ, ਯਾਦ ਹੈ ਉਹਨੂੰ ਕੀ ਕਹਿੰਦੇ ਨੇ? ਪੈਰਾਮੈਗਨੈਟਿਕ ਕੰਪਾਊਂਡ, पैरामैग्नेटिक। तो अगर एग्जामिनर पूछे भी पैरामैग्नेटिक है या डायमैग्नेटिक है, एक अनपेयर्ड बच रहा है ना, तो ये पैरामैग्नेटिक बन गया। स्कूल च एवं क्वेश्चन आते होंगे ने, मतलब भी एक्सप्लेन करो ये पैरामैग्नेटिक क्यों है, एक्सप्लेन करो ये एक अनपेयर्ड क्यों है, इस तरह नाल। चलो तीसरा अपने आप करना है। ਹੁਣ ਇਹਦੇ ਮੈਂ ਦੱਸ ਰਿਹਾ ਵੀ ਪੇਅਰਿੰਗ ਕਰਵਾਣੀ ਹੈ ਜੀ, ਜਿਹੜੇ ਇਲੈਕਟ੍ਰੋਨ ਬਚਣਗੇ ਨਾ ਇੰਡ 'ਚ, ਇਲੈਕਟ੍ਰੋਨ ਰਿਮੂਵ ਕਰਨ ਤੋਂ ਬਾਅਦ ਪੇਅਰਿੰਗ ਕਰਵਾਣੀ, ਉੱਤੇ ਹੈਗਾ 4-। ਫਟਾਫਟ ਲਿਖੋ, मैं भी नाल नाल थोड़ा बहुता कर देना। ग्राउंड स्टेट कॉन्फिगरेशन ऑफ आयरन, की होंगी है जी दी ग्राउंड स्टेट? आर्गन 18, उस तो बाद सेम वही 3d6, ठीक है, 4s2, 4p0। लो लभो ਇਹਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ, देखो अनपेयर्ड बचदा कि नहीं, फटाफट बना के देखो, सारा ट्राई करके देखो। देखिया, चलो अगर ये ऑक्सीडेशन स्टेट लभी है तो +2 आ रही होनी है। देखो x-6 इज -4, तो x आ गया +2। तो अगर मैं इसे Fe+2 लिखूंगा तो ये बन जाएगा जी आर्गन 18 3d6। हम देखो सिर्फ 2 ये ही उड़नगे, है ना, 4s0, इस बार d चो कोई नहीं उड़िया, 4p0। पर मैं जिवें दसिया पेयरिंग करवानी है। छोटी जी गल भी याद कर सकते हो, साइनाइड के केस ज़्यादातर ਇਹ ਤੋਂ ਬਾਅਦ ਹਾਈਬ੍ਰਿਡਾਈਜੇਸ਼ਨ ਤੋਂ ਪਹਿਲਾਂ ਪੇਅਰਿੰਗ ਹੁੰਦੀ ਹੀ ਹੁੰਦੀ ਹੈ। ਠੀਕ ਹੈ, ਤਾਂ ਪੇਅਰ ਹੋ ਜਾਏਗਾ ਸਾਰਾ ਕੁਝ। ਮੈਂ ਸਿੱਧਾ ਹੀ ਫਾਈਨਲ ਕੰਪਾਊਂਡ ਲਿਖ ਰਿਹਾ, FeCN6 4-। ਦੇਖੋ ਆਰਗਨ 18। ਹੁਣ ਆ 6 ਦੀ ਪੇਅਰਿੰਗ ਹੋਏਗੀ ਤਾਂ ਪਹਿਲੇ 3 ਚ ਬਿਲਕੁਲ ਪੇਅਰਿੰਗ ਬਣ ਜਾਏਗੀ। ਦੇਖੋ 1 2 3 4 5 6 ਪੂਰੀ ਪੇਅਰਿੰਗ ਬਣ ਰਹੀ ਹੈ। ਤੇ ਆ ਵਾਲੇ 2 ਜਦੋਂ ਅੰਦਰ ਪੇਅਰ ਹੋ ਜਾਣਗੇ ਤਾਂ 2 ਆਰਬਿਟਲ ਖਾਲੀ ਬਚਣਗੇ। 2 खाली ऑर्बिटल, सिंगल खाली ऑर्बिटल 3 हो गए, 6 ही चाहिए ने ना, 6 ऑर्बिटल बन गए। क्या बनेगा ये देखो, 6 ऑर्बिटल का एक ग्रुप बना देने और उन्हें नवे इलैक्ट्रॉन आ गए साइनाइड दे। ठीक है, कि कॉन्फ़िगरेशन है दी D2sp3। क्या कोई अनपेड इलैक्ट्रॉन बचे? नहीं, 0 अनपेड इलैक्ट्रॉन। उस तो बाद पैरामैग्नेटिक है या डायमैग्नेटिक है? एक जी डायमैग्नेटिक, क्योंकि कोई अनपेड इलैक्ट्रॉन नहीं बचा। जिस कोई भी अनपेड इलैक्ट्रॉन, शेप तो सेम ही है, D2sp3 है तो ऑक्टाहेड्रल शेप है। ठीक है,
चलो एक थोड़ा जिहा तुहानूं डिफरेंट कराने आ। ਹੁਣ ਜਿਹੜਾ मैं बना रहा इस 'ਚ कोई पेयरिंग नहीं करनी, नॉर्मल तरीके ਦੇ ਨਾਲ ਚੱਲਣਾ है। फटाफट मैनू ਇਹਦੀ कॉन्फ़िगरेशन ਇੱਥੇ लिख के दिखाओ। चौथा कंपाउंड है जी, चौथा कंपाउंड है कोबाल्ट F6 3-। मैं ग्राउंड स्टेट लिख दिना ਇਹਦੀ। कोबाल्ट 27वें नंबर ਤੇ ਹੁੰਦਾ है, ठीक है। ग्राउंड स्टेट कॉन्फ़िगरेशन ऑफ कोबाल्ट कितना ਹੁੰਦਾ है, आर्गन 18 तो बाद 3D7 ਆਉਂਦਾ ਇਹਦੇ ਅੰਦਰ। फिर 4s2 होगा, फिर 4p0, ठीक है। चेक करियो 4dv की भी लोड पाएगी क्योंकि पेयरिंग नहीं करानी। 4dv0 फटाफट लिखो अगे। मैनू एंड च कॉन्फ़िगरेशन दस दो की आ रही है, मतलब कॉन्फ़िगरेशन कह रहा मैं शेप तो चलो ऑक्टाहेड्रल ही पढ़ रहे। मैनू यदि हाइब्रिडाइजेशन दस दो की है, पैरामैग्नेटिक है या डायमैग्नेटिक है, किन्ने अनपेयर्ड इलैक्ट्रॉन है, फटाफट लिखो। ये च पेयरिंग नहीं करवानी, फ्लोराइड के केस च कदे भी पेयरिंग नहीं होंगी, ठीक है। साइनाइड च हमेशा होंगी है। ये हले याद रख लो, CFT च तुहानूं समझ आ जाएगा क्रिस्टल फील्ड थ्योरी च। चलो फटाफट करो। देखो एक बार ट्राई करके की कॉन्फ़िगरेशन बन रही है। मुत्ता जी की आंसर आ रहा है, की कॉन्फ़िगरेशन आई? हरमन क्या कॉन्फ़िगरेशन आई? हरगोबिंद ऐसे लिख दो चाहे जी। कोई चीज़ नहीं भी पता लग रही तो भी दसो। टू अनपेयर्ड चेक करिए। देखो जे तुसीं इहनूं इत्थे सॉल्व करिया तो x - 6 इज़ -3, x आ गया +3, यानी कि ये कॉन्फ़िगरेशन मतलब ये कोबाल्ट +3 है। कोबाल्ट +3 कर दिया, आर्गन का तो 18 ही रहेगा। 3 उड़ाने ने, 2 चो जाएंगे, 1 इस चो जाएगा। तो आर्गन 18 है। इस तो बाद रह जाएगा 3d6, इस तो बाद रह जाएगा 4s0, फिर रह जाएगा 4p0, फिर रह जाएगा 4d0। सही है। डी के अंदर 6 इलैक्ट्रॉन भरने ने। ये नहीं करना इन्हों दोनों नूं उड़ा दो, यह कुछ नहीं है। 6 मतलब एक रूल के नाल भी उड़ाने ने। 6 1 2 3 4 5 6, ठीक है। उस तो बाद 4s2 4s उड़ गया, 4p उड़ गया, इधर आ गया 4d 1 2 3 4 5 खाने बनेंगे। चलो हुण ये कोई पेयरिंग नहीं करनी, एवं चलना है। किन्ने बॉन्ड बना रहा कोबाल्ट? 6 बॉन्ड बना रहा है। 6 खाली ऑर्बिटल कित्थों स्टार्ट करने हैं? 1 2 3 4 5 6 आ सारे मिलके की बना रहे ने sp3d2 बन रहा ना।
ਪਿਛਲੇ ਸਾਰੇ D2sp3 ਸੀਗੇ, ਇਹ ਮਿਲ ਕੇ ਬਣਾ ਰਹੇ ਨੇ sp3d2, ਡਿਫਰੈਂਟ ਹੋ ਗਿਆ। ਚਲੋ ਜੀ ਹੁਣ ਆਪਾਂ ਸਿੱਧਾ ਕੰਪਾਊਂਡ ਬਣਾਉਂਦੇ ਆ ਕੋਬਾਲਟ। ਗੁੰਦਾ ਜੀ 4 ਅਨਪੇਅਰਡ ਨੇ, ਦੇਖੋ 2 ਅਨਪੇਅਰਡ ਨਹੀਂ ਹੈਗੇ। COF6 3 ਨੈਗੇਟਿਵ, ਸਿੱਧਾ ਹੀ ਬਣਾ ਰਿਹਾ ਮੈਂ। ਇੱਥੇ ਬਣ ਗਿਆ ਆਰਗਨ 18, ਇੱਥੇ ਬਣ ਗਿਆ 3d6, 1 2 3 4 5 6। ਫਿਰ ਮੇਰੇ ਕੋਲ ਆ ਗਿਆ ਆ ਸਾਰਾ ਕੁਝ ਤਾਂ ਮਿਲ ਹੀ ਗਿਆ, ਚਲੋ 6 ਦੇ 6 ਮਿਲ ਗਏ। ਔਰ ਇਹਨਾਂ 'ਚ ਇਹਦੇ ਫਲੋਰਾਈਡ ਦੇ ਲੋਨ ਪੇਅਰਸ ਆ ਗਏ, ਹੈ ਨਾ। ਕੀ ਕੌਨਫੀਗਰੇਸ਼ਨ ਆਈ sp3d2। ਪੁਆਇੰਟਸ ਕੀ ਨੇ ਮੇਨ ਪਹਿਲੀ ਗੱਲ ਤਾਂ ਇਹ ਔਕਟਾਹੈਡਰਲ ਹੈ, sp3d2 ਹੋਏਗਾ ਔਕਟਾਹੈਡਰਲ। ਉਸ ਤੋਂ ਬਾਅਦ ਇਹਦੇ ਵਿੱਚ 4 ਅਨਪੇਅਰਡ ਨੇ। ਜੇ 4 ਅਨਪੇਅਰਡ ਇਲੈਕਟ੍ਰੋਨ ਹੈਗੇ ਨੇ ਤਾਂ ਇਹ ਕਿਹੜਾ ਕੰਪਾਊਂਡ ਹੋ ਗਿਆ, ਇਹ ਬਣ ਗਿਆ ਪੈਰਾ ਮੈਗਨੈਟਿਕ। ਗੱਲ ਸਮਝ ਆ ਰਹੀ ਹੈ ਸਾਰਿਆਂ ਨੂੰ? ਠੀਕ ਹੈ, ਇਸ ਤਰ੍ਹਾਂ ਨਾਲ ਐਵੇਂ ਦੇ ਕੰਪਾਊਂਡ ਬਣਨਗੇ, ਦੇਖੋ। ਠੀਕ ਹੈ, ਜੇ ਪੇਅਰਿੰਗ ਨਹੀਂ ਹੋ ਰਹੀ ਤਾਂ ਇਸ ਤਰ੍ਹਾਂ ਨਾਲ ਚੱਲਣਾ ਹੈ। ਹੁਣ ਦੇਖੋ ਇਹ ਇਹੋ ਜਿਹਾ ਕੰਪਾਊਂਡ ਹੈ ਜਿਸ 'ਚ ਬਾਹਰ ਵਾਲਾ ਡੀ ਦਾ ਮਤਲਬ ਕੀ ਹੁੰਦਾ ਹੈ, ਜਿਹੜਾ ਵੇਲੈਂਸ ਸ਼ੈਲ ਹੈ ਉਹਦਾ ਹੀ ਡੀ ਯੂਜ਼ ਹੋ ਰਿਹਾ। ਚੌਥਾ ਵੇਲੈਂਸ ਸ਼ੈਲ ਸੀਗਾ 4d ਯੂਜ਼ ਹੋਇਆ। ਪਿਛਲੇ ਜਿੰਨੇ ਵੀ ਪੜ੍ਹੇ ਸੀ ਆਪਣੇ ਕੋਲ ਉਹਦੇ 'ਚ ਚੌਥਾ ਵੇਲੈਂਸ ਸ਼ੈਲ ਸੀਗਾ ਪਰ 3d ਯੂਜ਼ ਹੋ ਰਿਹਾ ਸੀਗਾ। ਤਾਂ ਇਹੋ ਜਿਹੇ ਨਾ 2 ਤਰ੍ਹਾਂ ਦੇ ਕੰਪਾਊਂਡ ਬਣਦੇ ਨੇ, ਇੱਕ ਜਿਹ 'ਚ ਬਾਹਰ ਵਾਲਾ ਡੀ ਯੂਜ਼ ਹੋ ਰਿਹਾ, ਇੱਕ ਜਿਹ 'ਚ ਅੰਦਰ ਵਾਲਾ ਡੀ ਯੂਜ਼ ਹੋ ਰਿਹਾ ਹਾਈਬ੍ਰਿਡਾਈਜੇਸ਼ਨ 'ਚ। ਠੀਕ ਹੈ ਨਾ। ਤਾਂ ਇਹਨਾਂ ਨੂੰ ਇਨਰ ਕੰਪਲੈਕਸ ਤੇ ਆਊਟਰ ਕੰਪਲੈਕਸ ਬੋਲਦੇ ਨੇ। ਇਹ ਪਹਿਲਾਂ ਇੱਕ ਵਾਰੀ ਇਹਨੂੰ ਨੋਟ ਕਰੋ, ਫਿਰ ਮੈਂ 1-2 ਮੇਨ ਪੁਆਇੰਟਸ ਲਿਖਵਾਨਾ। ਠੀਕ ਹੈ, ਇਟਸ ਪੁਆਇੰਟ ਤੱਕ ਫਟਾਫਟ ਖਿੱਚ ਲਓ, ਨੋਟ ਕਰੋ ਜਲਦੀ ਜਲਦੀ। ठीक है, लिखे फटाफट। चलो एक ना छोटा सा नोट लिख लो, नोट नोट्स कुछ पॉइंट लिखियो। ऑन द बेसिस ऑफ, नोट के अंदर लिखो ऑन द बेसिस ऑफ d orbital, on the basis of d orbital involved in hybridization, on the basis of d orbital involved in hybridization, comma, the coordinate compound can be divided into 2 categories. On the basis of d orbital involved in hybridization, the coordinate compound can be divided या classified into 2 categories. ठीक है, पहला इनर ऑर्बिटल कॉम्प्लेक्स, इनर ऑर्बिटल कॉम्प्लेक्स। इस लिखो इनर ऑर्बिटल मतलब कि अंदर वाला डी हमेशा बाहर वाले शैल तो एक छोटा होएगा, है ना। ਤਾਂ ਉਹਨੂੰ n-1d ਬੋਲਦੇ ਆ, ਇੱਕ ਛੋਟਾ d n-1। ਮੈਂ ਪਹਿਲਾਂ ਦੱਸ ਰਿਹਾ ਸੀ ਨਾ ਵੀ n-1 ਦਾ ਕੀ ਮਤਲਬ ਹੈ। n-1 ਮਤਲਬ ਬਾਹਰ ਵਾਲੇ ਸ਼ੈਲ ਤੋਂ ਇੱਕ ਛੋਟਾ। ਜੇ ਚੌਥਾ ਸ਼ੈਲ ਚੱਲ ਰਿਹਾ ਤਾਂ 3d ਯੂਜ਼ ਹੋ ਰਿਹਾ, ਜੇ ਪੰਜਵਾਂ ਸ਼ੈਲ ਚੱਲ ਰਿਹਾ ਤਾਂ 4d ਯੂਜ਼ ਹੋ ਰਿਹਾ, ਤਾਂ ਉਹਨੂੰ n-1d ਬੋਲਦੇ ਨੇ। ਠੀਕ ਹੈ, ਇਨਰ ਆਰਬਿਟਲ 'ਚ ਲਿਖਿਓ ਮਾੜਾ ਜਿਹਾ ਕਿ when the complex involves n-1d orbital, when the complex involves n-1d orbital, comma, it is known as inner orbital complex,
इट इज नोन एज इनर ऑर्बिटल कॉम्पलैक्स और एक होर नाम भी हुंदा है, वो भी नाम बहुत फेमस है, इनर ऑर्बिटल कॉम्पलैक्स और लो स्पिन कॉम्पलैक्स। इट इज नोन एज इनर ऑर्बिटल कॉम्पलैक्स और लो स्पिन कॉम्पलैक्स। ਜਿਵੇਂ ਜਿਹੜੀਆਂ ਪਹਿਲੀਆਂ ਤਿੰਨ ਐਗਜ਼ਾਮਪਲ ਅਸੀਂ ਪੜ੍ਹੀਆਂ ਉਹ 'ਚ ਅੰਦਰ ਵਾਲਾ ਡੀ ਇਨਵੋਲਵ ਹੋ ਰਿਹਾ ਸੀਗਾ, ਤਾਂ ਉਹ ਤਿੰਨਾਂ ਨੂੰ ਇਨਰ ऑर्बिटल कॉम्पलैक्स ਜਾਂ ਫਿਰ ਲੋ ਸਪਿਨ ਕੰਪਲੈਕਸ ਬੋਲਦੇ ਨੇ। ਠੀਕ ਹੈ, ਤੁਹਾਡੇ ਸਕੂਲ 'ਚ ਕੁਐਸਚਨ ਆ ਜਾਂਦਾ ਹੁੰਦਾ ਸਿੱਧਾ ਹੀ ਕੋਆਰਡੀਨੇਸ਼ਨ ਦੇ ਕੇ ਕੰਪਾਊਂਡ ਵੀ ਇਹ ਇਨਰ ऑर्बिटल ਕੰਪਲੈਕਸ ਕਿਉਂ ਹੈ, ਕਿਵੇਂ ਹੈ, ਐਕਸਪਲੇਨ ਕਰੋ, ਜਾਂ ਇਨਰ ऑर्बिटल ਜਾਂ ਆਊਟਰ ऑर्बिटल ਹੈ ਜਾਂ ਨਹੀਂ, ਉਵੇਂ ਚੈੱਕ ਕਰੋ, ਤਾਂ ਕਿਸੇ ਵੀ ਤਰ੍ਹਾਂ ਨਾਲ ਆ ਜਾਂਦਾ ਕੁਐਸਚਨ। ਸੈਕਿੰਡ ਕੀ ਹੋਏਗਾ, ਆਊਟਰ ऑर्बिटल ਕੰਪਲੈਕਸ। आउटर ऑर्बिटल कॉम्प्लेक्स। ठीक है, इस लिखो, व्हेन द कॉम्प्लेक्स इन्वॉल्व्स अच्छा सॉरी एक ये भी इनर ऑर्बिटल एक होर लाइन भी रह गई यार, द हाइब्रिडाइजेशन इज D2sp3। अंदर वाला डी जो यूज होएगा तो हाइब्रिडाइजेशन D2sp3 बन जाएगी। ठीक है, आउटर ऑर्बिटल कॉम्प्लेक्स लिखो, पहला ऊपर लिख लो द हाइब्रिडाइजेशन इज D2sp3, आउटर ऑर्बिटल लिखो व्हेन द कॉम्प्लेक्स इन्वॉल्व्स ND ऑर्बिटल, ND N-1D नहीं है, छोटे वाला शैल नहीं है, सेम ही शैल है, जेड़ा आउटर शैल है वही शैल है, ND ऑर्बिटल for bonding when the complex involves ND orbital for bonding, comma, it is known as outer D complex, outer orbital complex or high spin complex. It is known as outer orbital complex or high spin complex. It is known as outer orbital complex or high spin complex. इसके अंदर लिख लो हाइब्रिडाइजेशन इन्वॉल्व्ड इज sp3d2। हाइब्रिडाइजेशन इन्वॉल्व्ड इज sp3d2। पॉइंट समझ आ रहे हैं कि मैं कर रहा है सारा कुछ? ठीक है, तो एक बारी पहला इन्ना सही तरह नाल पढ़ लो। ठीक है, ये लैक्चर भी ईवनिंग यूट्यूब ਤੇ ਅਪਲੋਡ ਹੋ ਜਾਏਗਾ, ਜੇ ਕਿਸੇ ਦਾ ਰਹਿ ਗਿਆ ਕੁਝ ਪਾਰਟ ਤਾਂ ਉਹਦੇ ਵਿੱਚੋਂ ਵੀ ਦੇਖ ਸਕਦਾ ਹੈ। ਬਾਕੀ ਆਪਾਂ ਕੱਲ ਮਿਲਦੇ ਹਾਂ ਮੰਡੇ। ਥੈਂਕ ਯੂ ਸੋ ਮਚ।